Hello and welcome my dear students. I hope that you all are doing good Rajay. So ਅੱਜ ਦੀ ਇਸ ਵੀਡੀਓ ਦੇ ਵਿੱਚ ਕਲਾਸ 10ਵੀਂ ਦਾ ਮੈਥਮੈਟਿਕਸ ਦਾ ਆਪਾਂ ਪ੍ਰੈਕਟਿਸ ਟੈਸਟ ਕਰਾਂਗੇ ਜੀ ਜਿਹੜੇ ਤੁਹਾਡੇ ਬਾਈ ਮੰਥਲੀ ਐਗਜ਼ਾਮਸ ਹੋਣੇ ਨੇ ਉਹਨਾਂ ਨੂੰ ਧਿਆਨ 'ਚ ਰੱਖਦੇ ਹੋਏ। ਸੋ ਰਜੇ ਜਿਹੜਾ ਤੁਹਾਡੇ ਇਹ ਐਗਜ਼ਾਮ ਹੋਣੇ ਨੇ ਇਹਦੇ ਵਿੱਚ ਕੁੱਲ ਅੰਕ 20 ਨੇ ਔਰ ਜਿਹੜਾ ਸਮਾਂ ਹੈ 40 ਮਿੰਟ ਦਾ ਯਾਨੀ ਜਿਹੜਾ ਤੁਹਾਡਾ ਮੈਥਮੈਟਿਕਸ ਦਾ ਪੀਰੀਅਡ ਹੋਏਗਾ ਉਹਦੇ ਵਿੱਚ ਇਹ ਜਿਹੜਾ ਤੁਹਾਡਾ ਪੇਪਰ ਹੈ ਲੈ ਲਿਆ ਜਾਏਗਾ ਜਾਂ ਫਿਰ ਜਿੱਦਾਂ ਵੀ ਤੁਹਾਡੇ ਟੀਚਰਸ ਚਾਹਣਗੇ ਠੀਕ ਹੈ। ਸੋ ਵਿਦਆਊਟ ਐਨੀ ਵੇਸਟੇਜ ਆਫ ਟਾਈਮ ਰਜੇ ਫਸਟ ਕੁਐਸਚਨ ਤੇ ਚੱਲਦੇ ਆ। ਭਾਗ ਊੜਾ ਹਰੇਕ ਪ੍ਰਸ਼ਨ ਇਹਦੇ ਵਿੱਚ 1 ਅੰਕ ਦਾ ਹੈ ਠੀਕ ਹੈ ਜੀ। ਸੋ ਸਭ ਤੋਂ ਪਹਿਲਾਂ ਕਹਿੰਦੇ ਕਿ ਜੇਕਰ ਟੈਂਜੈਂਟ A tan ਦਾ ਮਤਲਬ ਕੀ ਹੁੰਦਾ ਟੈਂਜੈਂਟ A 4/3 ਦੇ ਬਰਾਬਰ ਹੈ ਤਾਂ sin A ਦਾ ਮੁੱਲ ਕੀ ਹੋਵੇਗਾ। ਹੁਣ ਰਾਜੇ ਸਭ ਨੂੰ ਪਤਾ ਕਿ ਜਿਹੜੇ ਇਹ ਸਾਰੇ ਦੇ ਸਾਰੇ ਐਕਸਪ੍ਰੈਸ਼ਨਸ ਨੇ ਇਹ ਆਪਾਂ ਜਿਹੜੇ ਹੈਗੇ ਇੱਕ ਰਾਈਟ ਐਂਗਲ ਟ੍ਰਾਇੰਗਲ ਤੇ ਲਗਾਉਂਦੇ ਆ ਠੀਕ ਹੈ ਜੀ। ਸੋ ਅਗਰ ਆਪਾਂ ਇੱਕ ਰਾਈਟ ਐਂਗਲ ਟ੍ਰਾਇੰਗਲ ਐਟ ਅ ਟਾਈਮ ਦੇਖਣ ਦੀ ਕੋਸ਼ਿਸ਼ ਕਰੀਏ ਤਾਂ ਆਪਣੇ ਕੋਲ ਕੁਝ ਰਾਈਟ ਐਂਗਲ ਟ੍ਰਾਇੰਗਲ ਹੈ और इथे रजे आह अपने कोल 90 डिग्री का कोण बन रहा है। सानू इन्ना पता है कि 90 डिग्री दे सामने वाली जिहड़ी भुजा हुंदी है ओनू आपां करण कहने आ। मैं सिर्फ कक्का लिख रही हां ठीक है करण कहने आ और इंग्लिश भाषा दे विच रजे आपां इहनू की बोलदे हां हाइपोटेन्यूज बोलदे हां जिहदा मैं सिर्फ एच ही लिख रही हां ठीक है जी। ओके उस तो बाद ਜਿਹੜੀਆਂ ਆ ਦੋ ਭੁਜਾਵਾਂ ਰਹਿ ਜਾਂਦੀਆਂ ਨੇ ਇਹ ਸਾਡੇ ਤੇ ਹੁੰਦਾ ਕਿ ਅਸੀਂ ਕਿਹਨੂੰ ਲੰਬ ਲੈ ਰਹੇ ਹਾਂ ਕਿਹਨੂੰ ਆਧਾਰ ਲੈ ਰਹੇ ਹਾਂ ਯਾਨੀ ਕਿਹਨੂੰ ਪਰਪੈਂਡੀਕੂਲਰ ਲੈ ਰਹੇ ਹਾਂ ਤੇ ਕਿਹਨੂੰ ਬੇਸ ਲੈ ਰਹੇ ਹਾਂ। ਜ਼ਿਆਦਾਤਰ ਅਸੀਂ ਜਿਹੜੀ ਇਹ ਖੜੀ ਵਾਲੀ ਲਾਈਨ ਹੁੰਦੀ ਹੈ ਇਹਨੂੰ ਲੰਬ ਤੇ ਜਿਹੜੀ ਲੇਟਵੀਂ ਲਾਈਨ ਹੁੰਦੀ ਹੈ ਇਹਨੂੰ ਆਧਾਰ ਮੰਨ ਲੈਂਦੇ ਆ। ਚਲੋ ਜੀ ਬੇਸਿਕ ਇਨਫੋਰਮੇਸ਼ਨ ਹੋ ਗਈ ਇੰਨੀ ਜਾਣਕਾਰੀ ਤਾਂ ਤੁਹਾਨੂੰ ਆਲਰੇਡੀ ਹੋਣੀ ਚਾਹੀਦੀ ਹੈ। ਹੁਣ ਦੇਖੋ ਰਾਜੇ ਸਾਨੂੰ ਪਤਾ ਹੈ ਕਿ ਜਿਹੜਾ ਟੈਂਜੈਂਟ ਹੈ ਟੈਂਜੈਂਟ ਦੀ ਜੋ ਰੇਸ਼ੋ ਹੁੰਦੀ ਹੈ ਕੀ ਹੁੰਦੀ ਹੈ ਅਸੀਂ ਸਾਰਿਆਂ ਨੂੰ ਪਤਾ ਹੈ ਕਿ ਜਿਹੜਾ ਟੈਂਜੈਂਟ ਥੀਟਾ ਹੈ ਦੇਖੋ ਚਾਹੇ ਥੀਟਾ ਲੈ ਲਓ ਚਾਹੇ a ਲੈ ਲਓ चलो इन्होंने ए लिया आप इसलिए ए ही ले लैने सो रजे जो टेंजेंट ए है सानू पता है टेंजेंट ए की जिहड़ी रेशो है किहदे बराबर हुंदी है लंब बटे आधार दे बराबर हुंदी है किहदे बराबर हुंदी है रजे लंब बटे आधार। सो मैं सिर्फ इस टाइम सिर्फ पहला अखर ही पा रही हूं मैं उम्मीद करती हां कि तुसीं अपनी नाल रफ कॉपी वगैरह लै रखी होएगी ते सारा कुछ लिख रहे होवोगे। लंब नूं रजे इंग्लिश दे विच परपेंडिकुलर कह दिंदे ने ठीक है परपेंडिकुलर कौन आधार कौन हो जाता है जी बेस ठीक है बॉन बेस आह बी है ठीक है जी। सो हुण राजे इन्होंने सानू टेंजेंट ए दी वैल्यू कितनी दित्ती है 4/3 दित्ती है। ਇਹਦਾ मतलब की है कि ਜਿਹੜੀ 4 है वो ਸਾਡੇ ਕੋਲੇ ਕੀ ਹੈ ਜੀ ਲੰਬ ਹੈ। अगर ਅਸੀਂ ਇਹਨੂੰ ਲੈ ਕੇ ਚੱਲੀਏ ਇਹਦਾ मतलब ਜਿਹੜਾ ਲੰਬ ਹੈ ਜੀ ਸਾਡੇ ਕੋਲੇ 4 ਹੈ ਤੇ ਜਿਹੜਾ ਆਧਾਰ ਹੈ ਰਾਜੇ ਉਹ ਸਾਡੇ ਕੋਲੇ ਕਿੰਨਾ 3 ਹੈ। ਤਾਂ ਹੁਣ ਸਭ ਨੂੰ ਪਾਈਥਾਗੋਰਸ ਲਗਾਉਣੀ ਆਉਂਦੀ ਹੈ ਸਾਨੂੰ ਪਤਾ ਹੈ ਪਾਈਥਾਗੋਰਸ ਥਿਊਰਮ ਕੀ ਕਹਿੰਦੀ ਹੈ कि ਜਿਹੜਾ अगर ਤੁਸੀਂ ਆਹ ਕਰਨ ਦੀ ਵੈਲਿਊ ਪਤਾ ਕਰਨਾ ਚਾਹੁੰਦੇ ਹੋ ਤਾਂ ਕਰਨ ਦੀ ਘਾਤ 2 ਬਰਾਬਰ ਹੈ ਲੰਬ ਦੀ ਘਾਤ 2 ਪਲੱਸ ਆਧਾਰ ਦੀ ਘਾਤ 2। ਜਦੋਂ ਤੁਸੀਂ ਇਹਨੂੰ ਸੋਲਵ ਕਰਾਂਗੇ ਤਾਂ ਸਾਡੇ ਕੋਲ ਇਹ ਅੰਡਰ ਰੂਟ ਕਿਵੇਂ ਆਊਗਾ 3 ਤੇ 9 ਤੁਸੀਂ ਪੂਰੀ ਪਾਈਥਾਗੋਰਸ ਲਗਾ ਕੇ ਦੇਖ ਲਿਓ ਪਲੱਸ ਚੌਕਮ ਚੌਕੀ 16 ਠੀਕ ਹੈ। ਜਦੋਂ ਆਪਾਂ ਇਹਨੂੰ ਸੋਲਵ ਕਰਾਂਗੇ ਤਾਂ 16 ਤੇ 9 25 ਬਣ ਜਾਣਗੇ ਔਰ 25 ਦੇ ਵਿੱਚੋਂ ਕੀ ਆ ਜਾਊਗਾ ਅੰਡਰ ਰੂਟ 25 ਚੋਂ 5 ਬਾਹਰ ਆ ਜਾਊਗਾ ਠੀਕ ਹੈ। ਵੈਸੇ ਵੀ ਰਜੇ ਇਹ ਟ੍ਰਿਪਲੇਟਸ ਹੁੰਦੇ ਨੇ ਤੁਹਾਨੂੰ ਪਤਾ ਹੋਣਾ ਚਾਹੀਦਾ 3 4 ਤੇ 5 ਟ੍ਰਿਪਲੇਟਸ ਹੁੰਦੇ ਨੇ ਜਿੱਥੇ ਤੁਹਾਨੂੰ 3 ਤੇ 4 ਦਿਖ ਗਿਆ ਉੱਥੇ ਹਮੇਸ਼ਾ 5 ਆਊਗਾ ਹੀ ਆਊਗਾ। ਚਲੋ ਜ਼ਿਆਦਾ ਡਿਟੇਲ ਚ ਨਹੀਂ ਐਕਸਪਲੇਨ ਕਰਦੇ ਸੋ ਰਜੇ ਸਾਨੂੰ ਸਾਰੀਆਂ ਵੈਲਿਊਜ਼ ਮਿਲਣਗੀਆਂ। ਹੁਣ ਸਾਨੂੰ ਪਤਾ ਹੈ sin ਥੀਟਾ ਕਿਹਦੇ ਬਰਾਬਰ ਹੁੰਦਾ ਸਾਨੂੰ ਪਤਾ ਰਜੇ sin ਥੀਟਾ ਬਰਾਬਰ ਹੁੰਦਾ ਲੰਬ ਬਟੇ ਕਰਨ ਦੇ ਲੰਬ ਜਾਨੀ ਕਿ ਪਰਪੈਂਡੀਕੂਲਰ ਕਿੰਨਾ ਹੈ 4 ਬਟੇ ਕੌਣ ਹੈ ਜੀ ਕਰਨ और ਕਰਨ ਦੀ ਵੈਲਿਊ ਕਿੰਨੀ ਆ ਗਈ 5 ਇਹਦਾ ਮਤਲਬ ਸਾਡਾ ਜਿਹੜਾ sin a ਹੈ ਕਿਹਦੇ ਬਰਾਬਰ ਆ ਗਿਆ ਜੀ 4/5 ਜਾਨੀ ਕਿ ਆਪਸ਼ਨ ਨੰਬਰ ਬੀ ਸਾਡਾ ਬਿਲਕੁਲ ਰਾਈਟ ਆਨਸਰ ਆ ਗਿਆ। ਓਕੇ ਹੁਣ ਰਜੇ ਆਪਾਂ ਨੈਕਸਟ ਕੁਐਸਚਨ ਦੇਖਦੇ ਹਾਂ। ਨੈਕਸਟ ਦੇ ਵਿੱਚ ਕਹਿੰਦੇ ਚੱਕਰ ਦੇ ਬਾਹਰੀ ਬਿੰਦੂ ਤੋਂ ਚੱਕਰ ਤੇ ਕਿੰਨੀਆਂ ਸਪਰਸ਼ ਰੇਖਾਵਾਂ ਖਿੱਚੀਆਂ ਜਾ ਸਕਦੀਆਂ ਹਨ। ਹਾਊ ਮੈਨੀ ਟੈਂਜੈਂਟਸ ਕੈਨ ਬੀ ਡਰਾwn ਟੂ ਅ ਸਰਕਲ ਫਰੋਮ ਐਨ ਐਕਸਟਰਨਲ ਪੁਆਇੰਟ। ਰਜੇ ਅਗਰ ਅਸੀਂ ਇੱਕ ਸਰਕਲ ਲੈ ਰਹੇ ਹਾਂ ठीक है जी अगर ਅਸੀਂ सर्कल लै रहे हैं तो ਅਸੀਂ ਇਹਦੇ ਬਾਹਰ ਆਹ ਕੋਈ ਬਾਹਰੋਂ ਪੁਆਇੰਟ ਲੈ ਲਿਆ ਆਪਾਂ ਨੇ P ਲੈ ਲਿਆ अगर ਆਪਾਂ ਇਸ ਪੁਆਇੰਟ P ਤੋਂ ਕਹਿੰਦੇ ਇਸ ਸਰਕਲ ਦੇ ਉੱਪਰ ਕਿੰਨੀਆਂ ਸਪਰਸ਼ ਰੇਖਾਵਾਂ ਖਿੱਚ ਸਕਦੇ ਆ ਜਿਹੜੀਆਂ ਸਿਰਫ ਇੱਕ ਪੁਆਇੰਟ ਤੇ ਟੱਚ ਕਰਨਗੀਆਂ ਠੀਕ ਹੈ ਜੀ। ਸੋ ਰਾਜੇ ਉਹ ਸਿਰਫ ਆਪਾਂ 2 ਹੀ ਖਿੱਚ ਸਕਦੇ ਆ ਇਹ ਥੋੜੀ ਵਿੱਚ ਦੀ ਨਿਕਲ ਗਈ मैं सिर्फ टच करवानी सी ठीक है समझियो कि सिर्फ टच कर रही है कट नहीं रही ठीक है। सो राजे ਇਹਦਾ आंसर की है जी ऑप्शन नंबर C 2 वेरी गुड। नेक्स्ट क्वेश्चन की कह रहे ने कि sin 2a बराबर है 2 टाइम्स sin a उदों सच हुंदा जदों a दा मुੱਲ होवे। हुण कहंदे जेड़ा sin 2a ते 2 sin a दी वैल्यू कदों बराबर हुंदी है। हुण देखो रजे तुहानू अगर नहीं पता तो तुसी की करो a दी जगह 0 पुट करके देख लो सानू पता है sin 0 की हुंदा 0 तो देखो इत्थे साडे कोले किवें आ जाएगा तुसी अगर इस a दी जगह 0 पुट करोगे ठीक है तो sin
जीरो आ जाएगा और साइन जीरो जीरो, ਇਹਦਾ ਮਤਲਬ ਇਧਰਲੀ ਸਾਈਡ ਵੀ ਜ਼ੀਰੋ ਆ ਜਾਏਗੀ ਔਰ ਇਧਰਲੀ ਸਾਈਡ ਵੀ ਜ਼ੀਰੋ ਆ ਜਾਏਗੀ। ਇਹਦਾ ਮਤਲਬ ਜਦੋਂ a ਦੀ ਵੈਲਿਊ 0 ਡਿਗਰੀ ਭਰਾਂਗੇ ਉਦੋਂ ਹੀ ਸਾਡੇ ਕੋਲੇ ਆ ਵਾਲੀ ਚੀਜ਼ ਬਰਾਬਰ ਆਊਗੀ। ਹੋਰ ਕਿਸੇ ਕੰਡੀਸ਼ਨ 'ਚ ਜਦੋਂ ਤੁਸੀਂ a ਨੂੰ 30 ਡਿਗਰੀ ਰੱਖੋਗੇ ਤਾਂ ਇਹਨਾਂ ਦੀਆਂ ਵੈਲਿਊਜ਼ ਬਰਾਬਰ ਨਹੀਂ ਆਉਣਗੀਆਂ। ਇੱਕ ਦੀ ਵੈਲਿਊ √3/2 ਆਜੂ, ਇੱਕ ਦੀ ਵੈਲਿਊ 1 ਆਜੂ, ਠੀਕ ਹੈ ਜੀ। ਸੋ ਹੋਰ ਕਿਸੇ ਕੰਡੀਸ਼ਨ ਦੇ ਵਿੱਚ ਰਜੇ ਬਰਾਬਰ ਨਹੀਂ ਆਉਣੇ ਜਿੰਨਾ ਚਿਰ ਆਪਾਂ a ਦੀ ਵੈਲਿਊ 0 ਡਿਗਰੀ ਨਹੀਂ ਰੱਖ ਰਹੇ। ਨੈਕਸਟ ਦੇਖਦੇ ਹਾਂ ਰਜੇ। देखो हालांकि ये वाले क्वेश्चंस मैं बहुत डिटेल च एक्सप्लेन कर सकती हूँ, लेकिन मैंने पता है कि क्वेश्चन एट अ टाइम बच्चों होंगे कि बस मैम जल्दी जल्दी आंसर करवा दो। बट अगर तुहानू ज्यादा डिटेल च चाहिए होए तो 10th क्लास के 2 होर प्रैक्टिस टेस्ट हैगे ने, तुसीं मैनू दस दिओ भी उहदे च एक्सप्लेनेशन ज्यादा रखनी है कि घट रखनी है, ठीक है जी। ओके, हुण कहंदे नेक्स्ट कहंदे मूल बिंदु दे निर्देशांक 0 0 हुंदे हन, कोआर्डीनेट्स ऑफ ओरिजिन आर 0 0। हाँ जी बिल्कुल सही गल है, ट्रू है, ठीक है। जिहड़ी असीं ज्योमैट्री पढ़दे हां, ठीक है जी, साडे कोल आह ओरिजिन है और इस ओरिजिन ते x दी वैल्यू भी 0 है ते y दी वैल्यू भी 0 है। नेक्स्ट क्वेश्चन, चक्कर दी स्पर्श रेखा स्पर्श बिंदु ते चक्कर दे अर्ध व्यास नाल 90 डिग्री दा कोण बनाउंदी है। जी हाँ बिल्कुल, ये बिल्कुल सही गल है, ठीक है। नेक्स्ट कहंदे किसी रेखा खंड दा मध्य बिंदु इसनू डैश अनुपात विच वंडदा है, मिड पॉइंट ऑफ अ लाइन सेगमेंट। तां राजे जदों किसी भी चीज नू आपां बराबर भागां च वंडदे हां तां ओहदा अनुपात हमेशा की हुंदा है जी, 1 अनुपात 1 ही हुंदा है, 1:1। क्लीयर है। चलो हुण भाग आड़ा ते चलदे हां। भाग आड़ा दे विच जिहड़ा तुहाडा हरेक क्वेश्चन 4 नंबर दा है। तुहानू क्या गया, जांच करो कि बिंदु 5 घटा दे दो, 6 ते 4 7 ते घटा दे दो एक सम दो भुजी त्रिभुज दे शिखर हन। यानी डिटरमाइन वेदर द पॉइंट्स 5 -2 6 4 एंड 7 -2 आर द वर्टिसेस ऑफ एन आइसोसेलेस ट्रायंगल। समदोभुजी त्रिभुज केड़ा हुंदा राजे, जिहदियां दो भुजावां बराबर हुंदियां ने, ठीक है। सो असीं किवें पता करांगे, असीं डिस्टेंस फार्मूला लगावांगे। अगर किसी दो मतलब अगर किसी दो पॉइंट्स दे विचला डिस्टेंस बराबर आ गया तां साडा प्रूफ हो जाऊगा कि यह एक समदोभुजी त्रिभुज दे शिखर ने। ਉਹਦੇ ਲਈ ਆਪਾਂ ਨੂੰ ਨੈਕਸਟ ਸਲਾਈਡ ਤੇ ਚੱਲਣਾ ਪਏਗਾ। ओके, सो ਇਹ ਤੁਹਾਨੂੰ ਰਜੇ ਇੱਥੇ ਦਿਖ ਰਿਹਾ ਹੈ। जस्ट गिव मी अ सेकंड, थोड़ा आप जूम कर लिए, ठीक है। हुण देखो रजे पंजाबी इंग्लिश जेड़ा भी तुहाडा मीडियम है तुसीं ने किवें लिखना है। इंग्लिश मीडियम वाले बच्चे लिखणगे कि मान लो असीं ए बी ते सी ਇਹ ਕੀ ਨੇ, ਇਹਨਾਂ ਨੂੰ ਅਸੀਂ वर्टिसेस लेके चल रहे हैं किसी ट्रायंगल ਦੇ कि मान ਲਵੋ पॉइंट ए ਜਿਹਨੂੰ ਅਸੀਂ 5 ਤੇ ਘਟਾ ਦੇ ਦੋ, ਜਿਹੜਾ ਪਹਿਲਾ पॉइंट ਉਹਨੂੰ ਅਸੀਂ ए शिखर कहता ਤੇ ਜਿਹੜਾ B ਹੈ ਉਹਨੂੰ 6 4 कहता ਤੇ ਜਿਹੜਾ C ਹੈ 7 ਤੇ ਘਟਾ ਦੇ ਦੋ। ਕਿਸੇ त्रिभुज A B C ਦੇ ਕੀ ਨੇਗੇ, शिखर ਨੇ। अगर हो सके तो तुसीं ਇੱਥੇ रजे की करियो, ट्रायंगल ड्रॉ भी कर दिओ, ठीक है जी। ट्रायंगल ड्रॉ करोगे ਇਹਦੇ पॉइंट्स लिखोगे A B and C, उस तो बाद इन्हां दी वैल्यूज लिख लियो कि जेड़ा A शिखर है इहदी वैल्यू की है 5 घटा दे 2, ठीक है। इस तरीके नाल रजे तुसीं लिख दिओ सारे कासे नूं। और B दी वैल्यू इत्थे 6 4 लिख दिओ, C दी जगह 7 ते घटा दे 2 लिख दिओ। फिर रजे असीं लिखांगे वी नो दैट, असीं जानदे हां कि जेड़ा साडा डिस्टेंस फार्मूला हुंदा है, असीं किसी दो पॉइंट्स दे विच डिस्टेंस फार्मूला कढदे हां तां ओह की हुंदा है कि x2 - x1 दा स्क्वायर प्लस y2 - y1 दा स्क्वायर, और ये सारे दा की कर देना जी आपां ने अंडर रूट कर देना। ये साडा दूरी सूत्र हुंदा है। ते हुण यही रजे वैल्यूज असीं सब तो पहला A ते B ते अप्लाई करांगे। सो देखो हुण तुसीं देख पा रहे हो रजे A ते B दा जेड़ा पॉइंट है ਅਸੀਂ ਫਿਲਹਾਲ A ਲੈ ਰਹੇ ਹਾਂ। ਇੱਕ ਮਿੰਟ ਮੈਂ ਇਹਨੂੰ ਹਾਈਲਾਈਟ ਕਰ ਦਿੰਨੀ ਆ। ਸੋ ਫਿਲਹਾਲ ਰਜੇ ਅਸੀਂ ਆਹ A ਤੁਹਾਨੂੰ ਦਿਖ ਰਿਹਾ ਹੋਏਗਾ, ਠੀਕ ਹੈ, ਤੇ ਆ ਤੁਹਾਨੂੰ B ਦਿਖ ਰਿਹਾ ਹੋਏਗਾ। ਸੋ ਫਿਲਹਾਲ ਅਸੀਂ ਇਹਦੇ ਨਾਲ ਡੀਲ ਕਰ ਰਹੇ ਹਾਂ। ਸੋ ਜਦੋਂ ਰਜੇ ਅਸੀਂ A B ਦਾ ਵਿੱਚ ਡਿਸਟੈਂਸ ਫਾਰਮੂਲਾ ਲਗਾਵਾਂਗੇ ਤਾਂ ਸਾਨੂੰ ਕੀ ਮਿਲੇਗਾ, x2 यानी ਕਿਹਦੀ ਵੈਲਿਊ ਆਹ x2 ਹੈ, ਜਿਹੜਾ B ਦੇ ਵਿੱਚ ਤੁਹਾਨੂੰ ਪਹਿਲਾ x ਦਾ ਕੋਆਰਡੀਨੇਟ ਦਿਖ ਰਿਹਾ, ਇਹ x2 ਹੈ। ਅਸੀਂ ਲਿਖਿਆ 6 - 5 ਦਾ ਹੋਲ ਸਕੁਆयर प्लस फिर असी ने पाया y2 कौन है जी, आह 4y2 है। फिर असी माइनस की निशानी पाई फॉर्मूले वाली, उस तो बाद y1 की वैल्यू पाई जो कि किन्नी सी, घटा दे 2 सी। असी इहनू सॉल्व किया और सॉल्व करके साडे कोले किन्ना आ गया जी, वर्गमूल 37 आ गया। मैं उम्मीद करती हां जे तुसीं 10th क्लास के बच्चे हो, तुहानू कैलकुलेशन तां करनी आउंदी ही होएगी, बट फिर भी अगर तुहानू कोई प्रॉब्लम हुई तां दस दिओ, फिर तुहानू मैं शॉर्ट्स बना के इहनू अच्छे तरीके नाल एक्सप्लेन कर दूंगी। उस तरीके नाल रजे बी सी पॉइंट्स दे विच आपां ने जिहड़ा हैगा डिस्टेंस फार्मूला लगाया, ਉਹੀ ਜਿਹੜੇ ਪੁਆਇੰਟਸ ਇੱਥੇ ਅਪਲਾਈ ਕੀਤੇ ਔਰ ਇਹਦੀ ਵੈਲਿਊ ਵੀ ਸਾਡੇ ਕੋਲੇ ਕਿੰਨੀ ਆ ਗਈ ਜੀ, √37 ਆ ਗਈ। ਤੁਸੀਂ ਦੇਖ ਸਕਦੇ ਹੋ ਮੈਂ ਬਹੁਤ ਅੱਛੇ ਤਰੀਕੇ ਨਾਲ ਇੱਥੇ ਇਹਨੂੰ ਸੋਲਵ ਕਰਕੇ ਦਿਖਾਇਆ ਹੋਇਆ ਹੈ, ਸਾਰੇ ਪੁਆਇੰਟਸ ਨੂੰ ਸੋਲਵ ਕਰਕੇ। ਫਿਰ ਅਸੀਂ ਨੇ AC ਦੀ ਵੈਲਿਊ ਕੱਢ ਲਈ ਤੇ AC ਦੀ ਵੈਲਿਊ ਕਿੰਨੀ ਆ ਗਈ ਜੀ, 2 ਆ ਗਈ। ਸੋ ਅਸੀਂ ਕਿਹਾ ਕਿ ਕਿਉਂਕਿ ਸਾਡੇ ਕੋਲੇ A B ਤੇ BC ਦੋ ਭੁਜਾਵਾਂ ਜਿਹੜੀਆਂ ਹੈਗੀਆਂ ਨੇ ਉਹ ਬਰਾਬਰ ਆਈਆਂ ਨੇ, ਇੱਥੇ ਰਾਜੇ √3 ਨਹੀਂ ਹੈਗਾ, ਇੱਥੇ ਨਾਲ 7 ਪਏਗਾ, ਉਹ ਪਾਉਣਾ ਰਹਿ ਗਿਆ ਹੋਏਗਾ।
सो इत्थे नाल की है √37 है। सो हाँ जी ਅਸੀਂ ਸਟਾਰਟਿੰਗ ਦੇ ਵਿੱਚ ਕਿਹਾ ਹੋਇਆ ਕਿ ਅਗਰ ਸਾਡੇ ਕੋਲੇ ਕਿਸੇ ਦੋ ਜਿਹੜੀਆਂ ਦੋ ਪੁਆਇੰਟਸ ਦੇ ਵਿੱਚ ਦਾ ਦੋ ਭੁਜਾਵਾਂ ਦਾ ਜਿਹੜਾ ਅਗਰ ਡਿਸਟੈਂਸ ਫਾਰਮੂਲਾ ਲਗਾ ਕੇ ਅਗਰ ਵੈਲਿਊਜ਼ ਬਰਾਬਰ ਆ ਗਈਆਂ ਤਾਂ ਉਹ ਸਮਦੋਭੁਜੀ ਤ੍ਰਿਭੁਜ ਦੇ ਸਿਖਰ ਹੋਣਗੇ। ਸੋ ਅਸੀਂ ਲਿਖਾਂਗੇ ਕਿ ਬਿੰਦੂ 5 ਘਟਾਓ ਦੇ 2 6 4 ਅਤੇ 7 ਘਟਾਓ ਦੇ 2 ਇੱਕ ਸਮਦੋਭੁਜੀ ਤ੍ਰਿਭੁਜ ਦੇ ਸਿਖਰ ਹਨ। ਬਹੁਤ ਸੌਖਾ ਜਿਹਾ ਕੁਐਸਚਨ ਸੀ, ਬਸ ਤੁਹਾਨੂੰ ਡਿਸਟੈਂਸ ਫਾਰਮੂਲਾ ਆਉਣਾ ਚਾਹੀਦਾ, ਫਿਰ ਤੁਸੀਂ ਅਲੱਗ-ਅਲੱਗ ਪੁਆਇੰਟਸ ਦੇ ਉੱਪਰ ਲਗਾਤਾ। ਪਹਿਲਾਂ ਤੁਸੀਂ ਨੇ A ਤੇ B ਦੇ ਉੱਪਰ ਲਗਾਤਾ, ਫਿਰ ਤੁਸੀਂ B C ਦੇ ਉੱਪਰ ਲਗਾਤਾ, फिर तुसी A C दे ऊपर लगाता, चाहे C A दे ऊपर लगा दियो तां भी बराबर ही आऊगा, कोई चक्कर वाली गल नहीं है। ठीक है जी, ओके। हुण राजे नेक्स्ट ते चलदे हां। मैं उम्मीद करदी हां कि क्वेश्चन तुहानू क्लियर हो गया होएगा। ठीक है जी, हुण राजे नेक्स्ट देखदे हां आपां। नेक्स्ट कहंदे कि जेकर टेंजेंट A plus B ਦੀ ਵੈਲਿਊ √3 है ਅਤੇ टेंजेंट A minus B ਦੀ ਵੈਲਿਊ 1/वर्गमूल 3 है ਤਾਂ A ਅਤੇ B ਦਾ ਮੁੱਲ ਪਤਾ ਕਰੋ ਜੇਕਰ A ਤੇ B यानी दोनों का जिहड़ा जोड़ है वो 0 डिग्री तो ज्यादा होना चाहिए है ते 90 डिग्री तो घट होना चाहिए है, पर 90 डिग्री के बराबर भी हो सकता है ते जिहड़ा A है वो B तो वड्डा होना चाहिए है। कोई बच्चे ना आही चीज़ां देख के घबरा जाते हैं, कोई गल नहीं, पहला तुसीं स्टार्ट तो करिया करो, ये चीज़ां दा बाद चों भी आपां देख सकते हैं। इंग्लिश मीडियम वाले बच्चे पढ़ सकते हैं। हुण राजे आपां इहदे डायरैक्ट सोल्यूशन ते चलदे हां। ठीक है जी, आ सीगा इहदा सोल्यूशन। सो हुण देखो जी आपां ने की करना है, तुसी लिखोगे दिता गया है या लिखोगे गिवन दैट। की गिवन दैट है, तुहानू दिता गया है कि टेंजेंट A plus B दी वैल्यू √3 है ਅਤੇ टेंजेंट A ਘਟਾਓ B ਦੀ ਵੈਲਿਊ ਜਿਹੜੀ ਹੈਗੀ ਆ 1/√3 ਹੈ। ਜਿਹੜਾ ਰਾਜੇ ਅਸੀਂ ਟੇਬਲ ਯਾਦ ਕਰਦੇ ਆ ਸਟਾਰਟਿੰਗ ਦੇ ਵਿੱਚ ਵੈਲਿਊਜ਼ ਵਾਲਾ ਕਿ sin 0 0 ਜਾਂ ਜਿਹੜਾ sin 30 डिग्री 60 45 ਜਿਹੜੀਆਂ ਵੀ ਅਸੀਂ ਵੈਲਿਊਜ਼ ਯਾਦ ਕਰਦੇ ਆ, ਤੁਹਾਨੂੰ ਪਤਾ ਹੋਏਗਾ ਕਿ ਜਿਹੜਾ ਵਰਗਮੂਲ 3 ਹੈ ਉਹ ਕਿਹਦੀ ਵੈਲਿਊ ਹੁੰਦੀ ਹੈ, ਟੈਂਜੈਂਟ 60 ਡਿਗਰੀ ਦੇ ਬਰਾਬਰ ਹੁੰਦਾ ਹੈ ਤੇ 1/वर्गमूल 3 ਕਿਹਦੀ ਵੈਲਿਊ ਹੁੰਦੀ ਹੈ ਜੀ, ਟੈਂਜੈਂਟ 30 ਡਿਗਰੀ ਦੇ ਬਰਾਬਰ ਹੁੰਦਾ ਹੈ। ਠੀਕ ਹੈ, ਜਿਹੜਾ ਉਹ ਟੇਬਲ ਯਾਦ ਕਰਦੇ ਹੋ ਉਹ ਤੋਂ ਇਹ ਵਾਲੀਆਂ ਅਸੀਂ ਚੀਜ਼ਾਂ ਲਿਖੀਆਂ ਨੇ। ਅਸੀਂ ਇੱਥੇ ਲਿਖਾਂਗੇ ਕਿ ਅਸੀਂ ਜਾਣਦੇ ਹਾਂ ਕਿ ਟੈਂਜੈਂਟ 60 ਡਿਗਰੀ ਜਾਂ tan 60 डिग्री इज इक्वल्स टू √3 और tan 30 डिग्री इज इक्वल्स टू 1/वर्गमूल 3। ठीक है, हुण ਇਹ ਵਾਲੀ ਚੀਜ਼ ਤੋਂ ਅਸੀਂ ਕੀ ਲਿਖ ਸਕਦੇ ਹਾਂ, देखो हुण वर्गमूल 3 ਜਿਹੜਾ ਹੈਗਾ ਨਾ, ਜੇ ਤੁਹਾਨੂੰ वर्गमूल 3 दिख रहा है, ਇਹ टेंजेंट 60 डिग्री ਦੇ ਬਰਾਬਰ ਹੈ। ਇਹਦਾ मतलब ਇਸ वर्गमूल 3 ਦੀ ਜਗ੍ਹਾ ਮੈਂ ਕੀ ਲਿਖ ਸਕਦੀ ਹਾਂ, टेंजेंट 60 डिग्री लिख सकती ਹਾਂ ਜਾਂ tan 60 डिग्री लिख सकती ਹਾਂ। ਮੈਨੂੰ बार-बार टेंजेंट कहने की आदत है, दोनों चीज़ां बराबर ही ने, किते ना सोचो कि मैम गलत बोली जा रहे हैं। ठीक है जी, ओके। सो राजे ਅਸੀਂ ਨੇ ਕੀ ਕੀਤਾ, ਅਸੀਂ ਨੇ ਇੱਥੋਂ ਲਿਖ ਲਿਆ ਕਿ ਜਿਹੜਾ टेंजेंट A plus B ਹੈ ਉਹ ਕਿਹਦੇ ਬਰਾਬਰ ਹੈ ਜੀ, टेंजेंट 60 डिग्री ਦੇ ਬਰਾਬਰ ਹੈ। ਔਰ ਇਧਰੋਂ ਜਿੱਥੇ ਤੁਹਾਨੂੰ ਪੁਆਇੰਟਰ ਦਿਖ ਰਿਹਾ ਇਹ ਵਾਲੀ ਸਾਈਡ ਤੋਂ ਅਸੀਂ ਨੇ ਲਿਖ ਲਿਆ ਕਿ टेंजेंट A ਘਟਾਓ ਦੇ ਵੀ ਕਿਹਦੇ ਬਰਾਬਰ ਹੈ ਜੀ, टेंजेंट 30 डिग्री ਦੇ ਬਰਾਬਰ ਹੈ। ਤਾਂ ਇਹ ਵਾਲੀ ਚੀਜ਼ ਜਿੱਥੇ ਤੁਹਾਨੂੰ ਪੁਆਇੰਟਰ ਦਿਖ ਰਿਹਾ ਇਹ ਤੋਂ ਅਸੀਂ ਕੀ ਲਿਖ ਸਕਦੇ ਹਾਂ ਕਿ A plus B ਦੀ ਵੈਲਿਊ 60 ਦੇ ਬਰਾਬਰ ਆ ਗਈ ਤੇ ਇਧਰੋਂ ਅਸੀਂ ਲਿਖ ਸਕਦੇ ਹਾਂ ਕਿ A ਘਟਾਓ B ਦੀ ਵੈਲਿਊ 30 डिग्री ਦੇ ਬਰਾਬਰ ਆ ਗਈ। ਅਸੀਂ ਕਿਵੇਂ ਮੰਨ ਲੈਣੇ ਆ, ਅਸੀਂ ਮੰਨ ਲੈਣੇ ਆ ਕਿ ਆ टेंजेंट ਕੱਟਿਆ ਗਿਆ ਤੇ ਆ टेंजेंट ਕੱਟਿਆ ਗਿਆ। ਠੀਕ ਹੈ, ਇਧਰੋਂ ਆ टेंजेंट ਤੇ टेंजेंट ਹਾਲਾਂਕਿ ਕੱਟੇ ਨਹੀਂ ਜਾਂਦੇ ਹੁੰਦੇ, ਇਹਦੇ ਪਿੱਛੇ ਹੋਰ ਥਿਊਰੀ ਹੁੰਦੀ ਆ, ਬਟ ਆਪਾਂ ਬੱਚਿਆਂ ਨੂੰ ਸਮਝਾਉਣ ਲਈ ਕਹਿ ਦਿੰਦੇ ਆ ਕਿ ਮੰਨ ਲਓ ਕੱਟੇ ਗਏ। ਸੋ ਸਾਡੇ ਕੋਲੇ ਕੀ ਆ ਗਿਆ ਰਾਜੇ, A minus B ਜਿਹੜਾ ਆਇਆ 60 डिग्री, ਇਹਨੂੰ ਤੁਸੀਂ ਇਕੁਏਸ਼ਨ ਨੰਬਰ 1 ਕਹਿਤਾ, ਔਰ ਜਿਹੜਾ ਇਧਰੋਂ ਆਇਆ A ਘਟਾਓ ਦੇ 1 ਇਹਨੂੰ ਤੁਸੀਂ ਇਕੁਏਸ਼ਨ ਨੰਬਰ 2 ਦੇਤਾ। ਹੁਣ ਆਪਾਂ ਨੇ ਕੀ ਕਿਹਾ, ਅਸੀਂ ਕਿਹਾ ਕਿ on adding both equations 1 and 2, ਪੰਜਾਬੀ ਭਾਸ਼ਾ ਚ ਲਿਖੋਗੇ ਕਿ ਇਕੁਏਸ਼ਨ ਨੰਬਰ 1 ਅਤੇ 2 ਨੂੰ ਜੋੜਨ ਤੇ ਸਾਨੂੰ ਕੀ ਮਿਲਦਾ ਹੈ। ਹੁਣ ਰਾਜੇ ਤੁਸੀਂ 1 and 2 ਨੂੰ ਜੋੜੋਗੇ ਤਾਂ ਤੁਹਾਨੂੰ ਕੀ ਮਿਲੇਗਾ, just give me a second। ਸੋ ਰਾਜੇ ਤੁਹਾਨੂੰ ਕੀ ਮਿਲੇਗਾ, ਤੁਸੀਂ ਇੱਥੇ ਲਿਖੋਗੇ A plus B plus A minus B, ਤੁਸੀਂ ਇਹਨਾਂ ਨੂੰ ਜੋੜ ਰਹੇ ਹੋ ਨਾ, ਇੱਕ ਜਿਹੜਾ ਤੁਹਾਨੂੰ ਆ ਦਿਖ ਰਿਹਾ ਹੈ ਔਰ ਜੋ ਤੁਹਾਨੂੰ ਆ ਦਿਖ ਰਿਹਾ ਤੁਸੀਂ ਇਹਨਾਂ ਨੂੰ ਜੋੜ ਰਹੇ ਹੋ। ਜਦੋਂ ਜੋੜਿਆ ਤਾਂ ਇੱਧਰ ਆ ਵਾਲੀ ਚੀਜ਼ ਬਣ ਗਈ ਤੇ ਇੱਧਰ ਕੀ ਬਣ ਗਿਆ 60 डिग्री plus 30 डिग्री। ਹੁਣ ਦੇਖੋ ਆਹ B ਤੇ B ਇਹ ਕੱਟੇ ਗਏ ਕਿਉਂਕਿ ਇੱਕ ਪਲੱਸ ਦਾ B ਸੀ ਇੱਕ ਮਾਈਨਸ ਦਾ B ਸੀ। A plus A ਨੂੰ ਜੋੜ ਕੇ 2A ਬਣ ਜਾਊਗਾ ਤੇ 60 ਤੇ 30 ਨੂੰ ਜੋੜ ਕੇ ਕਿੰਨਾ ਬਣ ਜਾਊਗਾ ਜੀ, 90 डिग्री। ਇਹਦਾ मतलब A ਦੀ ਵੈਲਿਊ ਕਿੰਨੀ ਆ ਗਈ ਜੀ, ਸਾਡੇ ਕੋਲੇ 45 डिग्री ਆ ਗਈ। ਸਹੀ ਗੱਲ ਹੈ। ਹੁਣ ਰਾਜੇ ਅਸੀਂ ਕੀ ਕਰਾਂਗੇ, ਇਸ A ਦੀ ਵੈਲਿਊ ਨੂੰ ਕਿਸੇ ਵੀ ਇਕੁਏਸ਼ਨ ਚ ਪੁੱਟ ਕਰ ਦੋ। ਅਸੀਂ ਆ ਪਹਿਲੀ ਇਕੁਏਸ਼ਨ ਚ ਪੁੱਟ ਕਰ ਰਹੇ ਹਾਂ, ਚਾਹੇ ਸੈਕਿੰਡ ਚ ਪੁੱਟ ਕਰ ਦੋ, ਵੈਲਿਊ ਦੋਨਾਂ ਨੇ ਦੇ ਦੇਣੀ ਹੈ। ਅਸੀਂ ਕੀ ਕੀਤਾ, ਫਸਟ ਦੇ ਵਿੱਚ ਪੁੱਟ ਕੀਤਾ, ਅਸੀਂ ਲਿਖਾਂਗੇ ਬਾਈ ਸਬਸਟੀਟਿਊਟਿੰਗ ਦ ਵੈਲਿਊ ਆਫ A ਇਨ ਇਕੁਏਸ਼ਨ ਨੰਬਰ 1 ਵੀ ਆਬਟੇਨ ਕਿ A ਦੀ ਵੈਲਿਊ ਇਕੁਏਸ਼ਨ ਨੰਬਰ 1 ਵਿੱਚ ਭਰਨ ਦੇ ਸਾਨੂੰ ਮਿਲਦਾ ਹੈ, ਕੀ ਮਿਲਦਾ ਹੈ, ਆਹ ਪਹਿਲਾਂ ਅਸੀਂ ਇਕੁਏਸ਼ਨ 1 ਲਿਖ ਲਈ A plus B ਬਰਾਬਰ ਹੈ 60 डिग्री, ਫਿਰ ਅਸੀਂ ਨੇ ਆਹ A ਦੀ ਵੈਲਿਊ ਲਿਖਤੀ ਕਿੰਨੀ ਹੈ ਜੀ 45 डिग्री। ਸੋ ਹੁਣ ਇਹ 45 डिग्री ਉਧਰ ਘਟਾਓ ਹੋਊਗਾ ਤਾਂ B ਦੀ ਵੈਲਿਊ ਕਿੰਨੀ ਆ ਗਈ 15 डिग्री ਆ ਗਈ। ਠੀਕ ਹੈ ਜੀ, ਸੋ ਅਸੀਂ ਕਿਹਾ ਕਿ ਇਸੇ ਲਈ ਐਂਗਲ A ਕਿਹਦੇ ਬਰਾਬਰ ਹੈ, ਐਂਗਲ A 45 डिग्री ਦੇ ਬਰਾਬਰ ਹੈ
ਤੇ ਐਂਗਲ ਜਿਹੜਾ B ਹੈ ਜੀ ਉਹ 15 ਡਿਗਰੀ ਦੇ ਬਰਾਬਰ ਹੈ। ਸਾਨੂੰ ਉਹਨਾਂ ਨੇ ਸਟਾਰਟਿੰਗ ਦੇ ਵਿੱਚ ਕੰਡੀਸ਼ਨ ਕੀ ਦਿੱਤੀ ਸੀ ਕਿ ਐਂਗਲ A ਵੱਡਾ ਹੋਣਾ ਚਾਹੀਦਾ ਐਂਗਲ B ਤੋਂ। ਹਾਂਜੀ, ਐਂਗਲ A 45 ਡਿਗਰੀ ਹੈ ਤੇ ਐਂਗਲ B 15 ਡਿਗਰੀ ਹੈ, ਦੋਨੋਂ ਬਰਾਬਰ ਨੇ। ਅਸੀਂ ਇਹਦੀਆਂ ਵੈਲਿਊਜ਼ ਦੇਤੀਆਂ। ਸੋ ਮੈਂ ਉਮੀਦ ਕਰਦੀ ਹਾਂ ਕਿ ਜਿਹੜੇ ਦੋਨੇ ਮੀਡੀਅਮ ਵਾਲੇ ਬੱਚੇ ਉਹਨਾਂ ਨੂੰ ਇਹ ਕੁਐਸਚਨ ਸਮਝ ਲੱਗ ਗਿਆ ਹੋਣਾ। ਬਸ ਮੇਨ ਤੁਹਾਨੂੰ ਸਟਾਰਟਿੰਗ ਪਤਾ ਹੋਣੀ ਚਾਹੀਦੀ ਹੈ ਕਿ ਸਟਾਰਟਿੰਗ ਕਿਵੇਂ ਕਰਨੀ ਹੈ, ਔਰ ਸਟਾਰਟਿੰਗ ਇਹੀ ਹੈ ਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ √3 ਕਿਹਦੇ ਬਰਾਬਰ ਹੈ, tan 60 डिग्री के बराबर है, और 1/√3 की दे बराबर है, tan 30 डिग्री के बराबर है। ओके जी, गुड। दोबारा फिर रजे क्वेश्चन पेपर ते चलते हैं आपां। ओके जी, हुण रजे नेक्स्ट देखते हैं क्वेश्चन पेपर दे विच ਆਪਾਂ कर लिया इत्थे तक। हाँ, हुण सानू आ गया जी जां दे विच सानू सवाल आया, कहंदे 1.5 मीटर लंबा एक प्रेखक चिमनी तो 28.5 मीटर की दूरी ते है। ठीक है, कहंदे उस दियां अखां नाल चिमनी दे शिखर दा उचाण कोण 45 डिग्री है। चिमनी दी उचाई पता करो। सबनू पता होगा बहुत ही इंपॉर्टेंट जिहड़ा क्वेश्चन है फ्रॉम द पॉइंट ऑफ व्यू ऑफ योर फाइनल एग्जाम। तुहाडे फाइनल एग्जाम्स दे पॉइंट ऑफ व्यू तो भी बहुत ही इंपॉर्टेंट क्वेश्चन है, और तुहाडे बुक दे विच एग्जाम्पल है। सो आजो हुण आपां एक बारी ये भी देख लैंदे आ। जस्ट गिव मी अ सेकंड बच्चों। ओके जी, सो ये आपां ने लै ली एग्जाम्पल। ਹੁਣ देखो रजे, ਹੁਣ पहली गल तो इन्होंने जिवें इत्थे चिमनी वगैरह ड्रॉ की हुई है, आपां उत्थे चिमनियां ड्रॉ करन नहीं बैठना, आपां सिर्फ इहनूं एक लाइन की तरह दिखा देंगे। अरे पॉइंटर कित्थे गया? ओके, सो रजे हुण जिवें इन्होंने इत्थे चिमनियां जिहड़ियां ड्रॉ कीतियां, आपां सिर्फ इत्थे एक इदां पॉइंट ही दिखाउणे। ठीक है जी, देखो हुण देखदे आ रजे, कहंदे इत्थे की है A B एक चिमनी आ। ठीक है, आपां हल कर रहे हैं सीधा। A B एक चिमनी है, C D प्रेखक है। आ देखो एक बंदा खड़ा है, एक बच्ची खड़ी है, जो भी इत्थे खड़ा है, मान लो तुसी ही खड़े हो, असीं इत्थे खड़े हैं C D, और साडी लंबाई कितनी है, असीं किन्ने 1.5 मीटर लंबा है जो भी खड़ा इस चिमनी नूं देख रहा है। उस तो बाद कहंदे अते एंगल ADE उचाण कोण है। आ देखो एंगल AD ते E, ये की है जी, उचाण कोण है। कितना उचाण कोण है? 45 डिग्री। उन्होंने सानू आप दिता होया कि 45 डिग्री का जिहड़ा कोण बन रहा है। सो इत्थे ADE एक त्रिभुज है जिसका E समकोण है, अते चिमनी की उचाई पता करनी है। जब मतलब असीं इत्थे सारा कुछ लिखता कि की दिता होया ते की नहीं दिता होया। सो दोबारा एक बार फिर समझ लो जी, आ साडे कोल एक बच्ची खड़ी है रजे। ठीक है जी, हुण ये की कर रही है, अपनी अखां नाल की कर रही है, इस चिमनी की उचाई नूं देख रही है। सो रजे इहदीआं अखां नाल जिहड़ा मतलब बच्चे दी जो भी देख रहे हैं जना, आप ओहदीआं अखां नाल जिहड़ी चिमनी दा सब तो उपरला पॉइंट है जो उहनूं मिला दोगे, और ये अखां तो जो तुसीं एक डायरैक्ट हॉरिजॉन्टल लाइन खिंच दोगे तो जिहड़ा इहदे विच आह एंगल है, इहनूं आपां उचाण कोण कहने आ, या इहनूं आपां अगर आसान जी भाषा च देखिए तो एलिवेशन दा एंगल कहंदे ने। ये 45 डिग्री दा बन रहा है। ठीक है, और उन्होंने सानू स्टार्टिंग च दिता सीगा कि एक प्रेखक चिमनी तो 28.5 मीटर की दूरी ते है। मतलब कितनी दूरी ते C ते B दे विचकार दी दूरी कितनी है जी? 28.5 मीटर है। असी ने वैल्यू पता करनी है, आ A तो लेके B तक दी वैल्यू पता करनी है। ठीक है जी, असी ने की लिखिया रजे, एक मिनट, असी ने लिखिया ओके। सो रजे असी इत्थे लिखिया कि इत्थे ए बी यानी कि चिमनी जिहदी असी वैल्यू पता करनी है किहदे बराबर है? AE प्लस BE दे बराबर है। ध्यान नाल देखो, आ A तो लैके E तक है ते फिर E तो लैके B तक है, ए दी बराबर है। और BE दी सानू वैल्यू पता है कितनी है? 1.5, क्योंकि इधरों CD दी वैल्यू कितनी है? 1.5, तां इसे करके इधरला जिहड़ा एरिया BE ओदी वैल्यू भी कितनी आ जाऊगी जी? 1.5 मीटर आ जाऊगा। सो उस तो बाद रजे सानू पता है कि जिहड़ा साडे कोले आह CB दिता होया, इहदी वैल्यू कितनी है? 28.5 मीटर है, क्योंकि उन्होंने कहा है कि जिहड़ा प्रेखक है वो उस चिमनी तो 28.5 मीटर दूरी ते खड़ा है। सो वो तो ही असीं ने वैल्यू कढ ली जी आ वाली। सो सानू रजे जिहड़ा असीं ने इह समकोण त्रिभुज मन्निया है। ठीक है, इहदे विच सानू दो चीज़ां पता लग गईयां, एक सानू A ते E दी वैल्यू पता करनी है असीं, और सानू जिहड़ा हैगा DE दी वैल्यू पता लग गई। हुण देखो असीं ने की कीता, असीं इन्हां नूं कहा कि AE पता करन दे लई सानू एक इस तरह की त्रिकोणमिति अनुपात लेना चाहिए है जिस विच AE अते DE दोवें होण। इसलिए असीं उचाण कोण दा टेंजेंट लैंदे आ, तां असीं ने की लिखिया रजे? टेंजेंट ऑफ 45 डिग्री। ठीक है जी, हुण टेंजेंट रजे किहदे बराबर हुंदा? सानू सब नूं पता है टेंजेंट दी वैल्यू बराबर हुंदी है जी लंब बटे आधार दे। सो अगर आप इहदे पॉइंट ऑफ व्यू तो चलांगे तो आह साडे कोले की बनूगा रजे? लंब बनूगा, और आह जिहड़ा D ते E है ये साडे कोले की बनूगा? आधार बनूगा। सो असीं ने ओही लिखिया रजे, एक मिनट आप पॉइंटर ले लीए,
ठीक है। सो ਅਸੀਂ ਉਹੀ ਲਿਖਿਆ ਟੈਂਜੈਂਟ 45 ਡਿਗਰੀ ਬਰਾਬਰ ਹੈ ਲੰਬ ਬਟੇ ਆਧਾਰ। ਲੰਬ ਹੈਗਾ ਜੀ AE ਬਟੇ ਆਧਾਰ ਸਾਡੇ ਕੋਲੇ ਕੀ ਆ ਜੀ DE। ਹੁਣ ਦੇਖੋ ਟੈਂਜੈਂਟ 45 ਡਿਗਰੀ ਸਾਰਿਆਂ ਨੂੰ ਪਤਾ tan 45 ਡਿਗਰੀ ਦੀ ਵੈਲਿਊ 1 ਹੁੰਦੀ ਹੈ which is equals to AE ਅਸੀਂ ਇਹੀ ਲਿਖ ਲਿਆ ਕਿਉਂਕਿ AE ਦੀ ਵੈਲਿਊ ਅਸੀਂ ਪਤਾ ਕਰਨੀ ਹੈ ਤੇ DE ਦੀ ਵੈਲਿਊ ਕਿੰਨੀ ਹੈ ਜੀ 28.5। ਉਸ ਤੋਂ ਬਾਅਦ ਰਜੇ ਇੱਥੋਂ ਅਸੀਂ ਨੇ ਕੀ ਕੀਤਾ 28.5 ਨੂੰ ਉਧਰ ਲੈ ਗਏ ਤਾਂ ਗੁਣਾ ਹੋ ਗਿਆ ਤੇ 28.5 ਜਦੋਂ ਇੱਕ ਨਾਲ ਗੁਣਾ ਕਰਾਂਗੇ ਤਾਂ AE ਦੀ ਵੈਲਿਊ ਸਾਡੇ ਕੋਲੇ ਕਿੰਨੀ ਆ ਗਈ 28.5 ਆ ਗਈ। ਹੁਣ ਅਸੀਂ ਚਿਮਨੀ ਦੀ ਵੈਲਿਊ ਪਤਾ ਕਰਨੀ ਸੀ ਕਿ ਚਿਮਨੀ ਦੀ ਉਚਾਈ ਕਿੰਨੀ ਹੈ ਤਾਂ ਚਿਮਨੀ ਕਿੰਨੀ ਹੈ ਜੀ AB ਹੈ ਇੱਥੋਂ ਤੋਂ ਲੈ ਕੇ ਪੂਰੀ ਇੱਥੇ ਤੱਕ ਹੈ ਠੀਕ ਹੈ ਜੀ AB ਹੈ। ਤਾਂ ਹੁਣ ਅਸੀਂ ਨੇ ਕੀ ਕੀਤਾ ਇੱਥੋਂ ਬਸ ਅਸੀਂ AB ਦੀ ਵੈਲਿਊ ਪਤਾ ਕਰ ਲਈ 28.5 plus 1.5 ਕਰਕੇ ਸਾਡੇ ਕੋਲੇ 30 ਮੀਟਰ ਇਹਦਾ ਪੂਰੇ ਦਾ ਪੂਰਾ ਆਨਸਰ ਆ ਗਿਆ। ਸੋ ਬਸ ਫਟਾਫਟ ਇੱਕ ਵਾਰੀ ਫੇਰ ਸਮਝ ਲਓ ਕਿ ਤੁਹਾਨੂੰ ਦੇਖੋ ਆ ਬੱਚੀ ਦੀ ਜਿਹੜੀ ਹੈਗੀ ਹੈ ਇਹ ਤੁਹਾਨੂੰ ਪਤਾ ਹੈ ਕਿ ਇਹ 1.5 ਮੀਟਰ ਜਿਹੜਾ ਲੰਬਾ ਪ੍ਰੇਖਕ ਹੈ ਠੀਕ ਹੈ। ਉਧਰੋਂ ਤੁਹਾਨੂੰ ਆਹ ਵਾਲਾ ਪਤਾ ਲੱਗ ਜੂ ਕਿ ਆਹ BE ਹੈ ਬਸ ਰਹਿ ਜੂ ਵੈਲਿਊ ਪਤਾ ਕਰਨੀ AE ਦੀ। AE ਦੀ ਵੈਲਿਊ ਕਿਵੇਂ ਪਤਾ ਕਰੋਗੇ ਇਹਨੂੰ ਇੱਕ ਸਮਕੋਣ ਤ੍ਰਿਭੁਜ ਲਵੋਗੇ ਸਮਕੋਣ ਤ੍ਰਿਭੁਜ ਲੈ ਕੇ ਰਜੇ ਆਪਾਂ ਨੇ ਟੈਂਜੈਂਟ 45 ਡਿਗਰੀ ਲੈ ਲੈਣਾ। ਟੈਂਜੈਂਟ 45 ਡਿਗਰੀ ਦੇ ਵਿੱਚ ਸਾਡੇ ਕੋਲੇ ਦੋਨੋਂ ਕਵਰ ਹੋ ਜਾਣਗੇ ਫਿਰ ਤੁਸੀਂ ਇਸ AE plus EB ਨੂੰ ਜੋੜ ਕੇ ਪੂਰੀ ਦੀ ਪੂਰੀ ਚਿਮਨੀ ਦੀ ਹਾਈਟ ਪਤਾ ਕਰ ਲਓਗੇ। ਮੈਨੂੰ ਉਮੀਦ ਹੈ ਕਿ ਤੁਹਾਨੂੰ ਸਮਝ ਲੱਗਿਆ ਹੋਵੇਗਾ। ਨੈਕਸਟ ਕੁਐਸਚਨ ਦੇਖਦੇ ਹਾਂ। ਅਗਰ ਨਹੀਂ ਸਮਝ ਲੱਗਿਆ ਤਾਂ ਦੇਖੋ ਤੁਹਾਡੇ ਟੀਚਰਸ ਨੇ ਆਬਵੀਅਸਲੀ ਕਰਾਇਆ ਹੀ ਹੋਣਾ ਹੈ ਨਾ ਤੁਹਾਨੂੰ ਔਰ ਫਿਰ ਇੱਕ ਵਾਰ ਉਹਨਾਂ ਤੇ ਨਿਗਾਹ ਮਾਰ ਲਿਓ। ਹੁਣ ਦੇਖੋ ਰਜੇ ਪਾਰਟ C ਦੇ ਵਿੱਚ ਅਸੀਂ ਆ ਗਏ 6 ਨੰਬਰਾਂ ਦਾ ਕੁਐਸਚਨ ਹੈ ਸਾਡੇ ਕੋਲੇ ਕਹਿੰਦੇ ਇੱਕ ਚੱਕਰ ਨੂੰ ਬਾਹਰਲੇ ਪਾਸਿਆਂ ਤੋਂ ਛੂੰਦਾ ਤ੍ਰਿਭੁਜ ਚਤੁਰਭੁਜ ABCD ਖਿੱਚਿਆ ਗਿਆ ਹੈ ਸਿੱਧ ਕਰੋ ਕਿ AB plus CD is equals to AD plus BC। ਇਹ ਵੀ ਬਹੁਤ ਇੰਪੋਰਟੈਂਟ ਥਿਊਰਮ ਹੈ ਠੀਕ ਹੈ ਜੀ। ਪਹਿਲਾਂ ਪੰਜਾਬੀ ਮੀਡੀਅਮ ਚ ਦੇਖ ਲੈਂਦੇ ਆ। ਸੋ ਰਜੇ ਤੁਸੀਂ ਦੇਖ ਰਹੇ ਹੋ ਤੁਸੀਂ ਨੇ ਕਿਸ ਤਰੀਕੇ ਨਾਲ ਇਹਨੂੰ ਸੋਲਵ ਕਰਨਾ ਹੈ। ਤਾਂ ਇੱਕ ਚੱਕਰ ਨੂੰ ਬਾਹਰਲੇ ਪਾਸੇ ਤੋਂ ਛੂੰਦਾ ਚਤੁਰਭੁਜ ABCD ਖਿੱਚਿਆ ਗਿਆ ਦੇਖੋ ਆ ਸਾਨੂੰ ਸਾਰਿਆਂ ਨੂੰ ਚੱਕਰ ਦਿਖ ਰਿਹਾ ਹੈ ਔਰ ਇਹਨੂੰ ਜਿਹੜਾ ਚੱਕਰਾਂ ਨੂੰ ਛੂੰਦਾ ਹੋਇਆ ਸਾਨੂੰ ਇੱਕ ਚਤੁਰਭੁਜ ਦਿਖ ਰਿਹਾ ਹੈ ABCD। ਅਸੀਂ ਆਹ ਵਾਲੀ ਚੀਜ਼ ਸਿੱਧ ਕਰਨੀ ਹੈ ਤਾਂ ਸਭ ਤੋਂ ਪਹਿਲਾਂ ਰਾਜੇ ਅਸੀਂ ਕੀ ਲਿਖਾਂਗੇ ਅਸੀਂ ਇੱਥੇ ਲਿਖਿਆ ਕਿ ਦਿੱਤਾ ਹੈ ਕੀ ਦਿੱਤਾ ਹੈ ਕਿ ਚੱਕਰ ਨੂੰ ਬਾਹਰਲੇ ਪਾਸੇ ਤੋਂ ਛੂੰਦਾ ਚਤੁਰਭੁਜ ABCD ਖਿੱਚਿਆ ਗਿਆ ਹੈ। ਅਸੀਂ ਸਿੱਧ ਕਰਨਾ ਹੈ ਕੀ ਸਿੱਧ ਕਰਨਾ ਹੈ ਕਿ AB plus CD ਯਾਨੀ ਆਹ ਵਾਲੀ ਜਿਹੜੀ AB ਹੈ ਤੇ ਜਿਹੜੀ ਆਹ CD ਹੈ ਇਹਨਾਂ ਦਾ ਜੋੜ ਕਿਹਦੇ ਬਰਾਬਰ ਹੈ ਇਹਨਾਂ ਦਾ ਜੋੜ ਬਰਾਬਰ ਹੈ ਰਾਜੇ AD ਦੇ ਯਾਨੀ ਆਹ ਵਾਲੀ ਦੇ ਜਿਹੜੀ ਮੈਂ ਅਲੱਗ ਕਲਰ ਨਾਲ ਦਿਖਾ ਰਹੀ ਹਾਂ ਇਹਦਾ ਜੋੜ ਤੇ BC ਦਾ ਜੋੜ ਠੀਕ ਹੈ। ਤੁਸੀਂ ਨੇ ਪ੍ਰੂਫ ਕਰਨਾ ਹੈ ਕਿ ਆਹ AB ਤੇ DC ਇਹਦਾ ਜਿਹੜਾ ਜੋੜ ਹੈ ਉਹ ਇਸ AD ਤੇ ਇਧਰੋਂ BC ਦੇ ਜੋੜ ਦੇ ਬਰਾਬਰ ਹੈ। ਆਪਾਂ ਨੇ ਇੱਥੇ ਕੀ ਲਿਖਿਆ ਸਾਡੇ ਕੋਲੇ ਸਬੂਤ ਅਸੀਂ ਪ੍ਰੂਫ ਕਰਨ ਜਾ ਰਹੇ ਹਾਂ ਇਸ ਥਿਊਰਮ ਦਾ ਕਹਿੰਦੇ ਕਿਉਂਕਿ ਕਿਸੇ ਬਾਹਰੀ ਬਿੰਦੂ ਤੋਂ ਚੱਕਰ ਤੇ ਖਿੱਚੀਆਂ ਗਈਆਂ ਸਪਰਸ਼ ਰੇਖਾਵਾਂ ਦੀ ਲੰਬਾਈ ਬਰਾਬਰ ਹੁੰਦੀ ਹੈ। ਅਸੀਂ ਆਲਰੇਡੀ ਇਹ ਥਿਊਰਮ ਕੀਤੀ ਹੈ ਅਸੀਂ ਆਲਰੇਡੀ ਬਹੁਤ ਵਾਰ ਤੁਹਾਨੂੰ ਦੱਸਿਆ ਹੈ ਕਿ ਜਦੋਂ ਵੀ ਰਜੇ ਕੋਈ ਵੀ ਆਪਣੇ ਕੋਲੇ ਜਿਹੜਾ ਚੱਕਰ ਤੇ ਆਪਾਂ ਕਿਸੇ ਬਾਹਰਲੇ ਬਿੰਦੂ ਤੋਂ ਤੇ ਸਪਰਸ਼ ਰੇਖਾਵਾਂ ਖਿੱਚਦੇ ਹਾਂ ਤਾਂ ਉਹਦੀ ਜਿਹੜੀ ਲੰਬਾਈ ਹੈ ਬਰਾਬਰ ਹੁੰਦੀ ਹੈ। ਕਹਿੰਦੇ ਹੁਣ B ਚੱਕਰ ਦੇ ਬਾਹਰ ਸਥਿਤ ਕੋਈ ਬਿੰਦੂ ਹੈ ਹੁਣ ਅਸੀਂ ਕੱਲੇ ਪੁਆਇੰਟ ਨੂੰ ਚੱਕਾਂਗੇ ਪਹਿਲਾਂ ਅਸੀਂ B ਨੂੰ ਪੁਆਇੰਟ ਲਿਆ ਤਾਂ ਅਸੀਂ ਕਿਹਾ B ਚੱਕਰ ਦੇ ਬਾਹਰ ਸਥਿਤ ਕੋਈ ਬਿੰਦੂ ਹੈ ਅਤੇ BP ਆਹ BP ਦਿਖ ਰਿਹਾ ਹੈ ਔਰ BQ ਚੱਕਰ ਤੇ ਸਪਰਸ਼ ਰੇਖਾਵਾਂ ਹਨ। ਇਹਦਾ ਮਤਲਬ ਇਹ ਕੀ ਨੇ ਜੀ ਬਰਾਬਰ ਨੇ BP ਤੇ BQ ਬਰਾਬਰ ਨੇ ਕਿਉਂਕਿ ਅਸੀਂ ਕਿਹਾ ਹੈ ਰਜੇ ਕਿ ਕਿਸੇ ਵੀ ਚੱਕਰ ਤੇ ਅਗਰ ਕਿਸੇ ਬਾਹਰਲੇ ਬਿੰਦੂ ਤੋਂ ਅਸੀਂ ਸਪਰਸ਼ ਰੇਖਾਵਾਂ ਖਿੱਚੀਏ ਤਾਂ ਉਹ ਬਰਾਬਰ ਹੁੰਦੀਆਂ ਨੇ। ਪਹਿਲਾਂ ਅਸੀਂ ਪੁਆਇੰਟ B ਲਿਆ ਇਹ B ਤੋਂ ਦੋ ਸਪਰਸ਼ ਰੇਖਾਵਾਂ ਜਾ ਰਹੀਆਂ ਨੇ BQ ਤੇ BP ਇਹ ਬਰਾਬਰ ਨੇ। ਉਸੇ ਤਰੀਕੇ ਨਾਲ ਅਸੀਂ A ਪੁਆਇੰਟ ਲਵਾਂਗੇ A ਪੁਆਇੰਟ ਤੋਂ ਦੋ ਸਪਰਸ਼ ਰੇਖਾਵਾਂ AP ਤੇ AS ਜਾ ਰਹੀਆਂ ਨੇ ਇਹ ਬਰਾਬਰ ਨੇ ਠੀਕ ਹੈ ਜੀ। ਮੈਂ ਆਪਾਂ ਇਹਨੂੰ ਥੋੜਾ ਸਹੀ ਕਰ ਲਈਏ। ਉਸ ਤੋਂ ਬਾਅਦ ਰਜੇ ਨੈਕਸਟ ਕਹਿੰਦੇ ਉਸੇ ਤਰੀਕੇ ਨਾਲ CR ਤੇ CQ ਬਰਾਬਰ ਨੇ ਮਤਲਬ ਜੇ ਅਸੀਂ ਇਧਰੋਂ C ਲੈ ਲਈਏ ਤਾਂ ਇਹ ਤੋਂ ਆ ਸਪਰਸ਼ ਰੇਖਾ CR ਜਾ ਰਹੀ ਹੈ ਤੇ ਆ CQ ਇਹ ਬਰਾਬਰ ਹੋਣਗੇ ਠੀਕ ਹੈ ਜੀ। ਉਸ ਤੋਂ ਬਾਅਦ ਅਗਰ ਅਸੀਂ ਇਹ D ਪੁਆਇੰਟ ਲੈ ਲਾਂਗੇ ਤਾਂ D ਤੋਂ ਦੋ ਸਪਰਸ਼ ਰੇਖਾਵਾਂ DR ਤੇ DS ਬਰਾਬਰ ਹੋ ਜਾਣਗੀਆਂ। ਇਹਨੂੰ ਇਸ ਹਿਸਾਬ ਨਾਲ ਲਿਖਿਓ ਕਿ ਜਦੋਂ ਜੋੜਾਂਗੇ ਤਾਂ ਸਾਡੇ ਕੋਲੇ ਲਾਸਟ 'ਚ AB plus CD ਬਰਾਬਰ ਹੈ BC plus AD ਬਣਨਾ ਚਾਹੀਦਾ ਠੀਕ ਹੈ ਜੀ। ਉਸ ਤੋਂ ਬਾਅਦ ਰਜੇ ਇਹਨਾਂ ਨੂੰ ਅਸੀਂ ਇਕੁਏਸ਼ਨ ਦਾ ਨਾਮ ਦਿੱਤਾ 1 2 3 4 ਇਹਨਾਂ ਨੂੰ ਜੋੜ ਕੇ ਸਾਨੂੰ ਕੀ ਮਿਲੂਗਾ BP plus AP। ਹੁਣ ਦੇਖੋ ਰਜੇ ਆਹ ਸਾਡੇ ਕੋਲੇ BP ਹੈ plus AP ਆ ਪੂਰੀ ਦੀ ਪੂਰੀ ਕੀ ਬਣ ਗਈ BA ਬਣ ਗਈ ਫਿਰ CR plus DR ਇਹਨਾਂ ਨੂੰ ਜੋੜ ਕੇ ਸਾਨੂੰ ਇਹ ਮਿਲ ਰਿਹਾ CR plus DR ਮਤਲਬ ਸਾਨੂੰ ਪੂਰੀ ਆਹ CD ਮਿਲ ਗਈ। ਉਸ ਤੋਂ ਬਾਅਦ BQ
प्लस सी क्यू, बी क्यू प्लस सी क्यू सानू BC मिल गया ते AS प्लस DC सानू आह मिल गया। तो जो चीज ਅਸੀਂ प्रूफ करनी सी ਅਸੀਂ ਨੇ ਉਹ प्रूफ करती। बस एक बार ਅੱਖਾਂ ਮੀਚ ਕੇ ਦੁਬਾਰਾ ਮੇਰੀ ਗੱਲ ਸੁਣੋ ਕਿ ਮੈਂ ਕੀ ਕਹਿ ਰਹੀ ਹਾਂ। ਇਹਨਾਂ ਨੇ ਬਸ ਕੀ ਕਿਹਾ ਸੀ ਰਾਜੇ, ਸਾਨੂੰ ਇੰਨਾ ਪਤਾ ਹੈ ਕਿ ਅਗਰ ਅਸੀਂ ਕਿਸੇ ਬਾਹਰਲੇ ਬਿੰਦੂ ਤੋਂ ਸਰਕਲ ਦੇ ਉੱਪਰ ਜਿਹੜੀਆਂ ਸਪਰਸ਼ ਰੇਖਾਵਾਂ ਖਿੱਚਦੇ ਆ ਤਾਂ ਉਹ ਬਰਾਬਰ ਹੁੰਦੀਆਂ ਨੇ। ਤਾਂ ਇਹ ਜਿਹੜਾ ਅਸੀਂ ਚਤੁਰਭੁਜ ਲਿਆ ਹੈ ਹਰੇਕ ਦਾ ਇੱਕ ਇੱਕ ਪੁਆਇੰਟ ਫੜ ਲਓ, ਉਹ ਪੁਆਇੰਟ ਤੋਂ ਜਿਹੜੀ ਨਾਲ ਸਪਰਸ਼ ਰੇਖਾ ਹੈ ਅਸੀਂ ਉਹਨੂੰ ਬਰਾਬਰ ਸ਼ੋ ਕਰਤਾ। ਬਸ ਲਾਸਟ ਚ ਉਹਨਾਂ ਸਾਰਿਆਂ ਨੂੰ ਜੋੜ ਦੇਣਾ, ਜੋੜ ਕੇ ਜੋ ਚੀਜ਼ ਸਾਨੂੰ ਉਹਨਾਂ ਨੇ ਪੁੱਛੀ ਆ ਉਹ ਚੀਜ਼ ਪ੍ਰੂਫ ਕਰਾ ਦੇਣੀ ਹੈ, ਆਟੋਮੈਟਿਕਲੀ ਆ ਜਾਣੀ ਹੈ। ਇੰਗਲਿਸ਼ ਮੀਡੀਅਮ ਵਾਲੇ ਬੱਚੇ ਦੇਖ ਸਕਦੇ ਨੇ ਜੀ, ਉਹਨਾਂ ਲਈ ਸਿਰਫ ਇੱਥੇ ਲਿਖਿਆ ਹੀ ਗਿਆ ਹੈ ਕਿ ਵੀ ਨੋ ਦੈਟ, ਅਸੀਂ ਜਾਣਦੇ ਹਾਂ ਕਿ ਟੈਂਜੈਂਟਸ ਡਰਾਨ ਫਰੋਮ ਦ ਐਕਸਟਰਨਲ ਪੁਆਇੰਟ ਆਰ ਇਕੁਅਲ, ਕਿ ਜਿਹੜੀਆਂ ਬਾਹਰਲੇ ਬਿੰਦੂ ਤੋਂ ਚੱਕਰ ਤੇ ਸਪਰਸ਼ ਰੇਖਾ ਖਿੱਚੀ ਜਾਂਦੀ ਹੈ ਉਹ ਬਰਾਬਰ ਹੁੰਦੀ ਹੈ। ਤਾਂ ਉਸੇ ਕਰਕੇ ਜਿਹੜਾ ਤੁਹਾਨੂੰ ਜਿਹੜੀ ਡਾਇਗਰਾਮ ਹੈ ਉਹ ਪਹਿਲਾਂ ਵਾਲੀ ਹੋਈ ਹੈ, ਉਮੀਦ ਹੈ ਤੁਸੀਂ ਇੱਕ ਵਾਰ ਮਾੜਾ ਪਿੱਛੇ ਜਾ ਕੇ ਦੇਖ ਲਓਗੇ। ਸੋ ਤੁਸੀਂ dr ਬਰਾਬਰ ਹੈ ds, cr ਬਰਾਬਰ ਹੈ cq, bp ਬਰਾਬਰ ਹੈ bq, ap ਬਰਾਬਰ ਹੈ as ਆਲਰੇਡੀ ਮੈਂ ਐਕਸਪਲੇਨ ਕਰਦਾ, ਇਸ ਲਈ ਫਟਾਫਟ ਕਰ ਰਹੀ ਹਾਂ। ਇਹਦਾ ਰੀਜ਼ਨ ਲਿਖਤਾ ਕਿ ਟੈਂਜੈਂਟ ਡਰਾਨ ਫਰਮ ਪੁਆਇੰਟ D ਆ C ਤੋਂ ਖਿੱਚੀਆਂ ਗਈਆਂ ਨੇ, ਆ B ਤੋਂ ਨੇ, ਔਰ ਇਹਨਾਂ ਸਾਰੀਆਂ ਨੂੰ ਇਕੁਏਸ਼ਨਾਂ ਦਾ ਨਾਮ ਦਿੱਤਾ, ਇਕੁਏਸ਼ਨ ਨੰਬਰ 1 2 3 4। ਉਸ ਤੋਂ ਬਾਅਦ ਇਹਨਾਂ ਇਕੁਏਸ਼ਨਾਂ ਨੂੰ ਕੀ ਕੀਤਾ ਰਾਜੇ, ਜੋੜਤਾ, ਔਰ ਜੋੜਨ ਤੋਂ ਬਾਅਦ ਇਸ ਤਰੀਕੇ ਨਾਲ ਕੀਤਾ ਕਿ ਆਹ ਵਾਲੀ ਸਾਡੇ ਕੋਲ ਜੋ ਚੀਜ਼ ਅਸੀਂ ਸਿੱਧ ਕਰਨੀ ਸੀ ਉਹ ਚੀਜ਼ ਸਾਡੇ ਕੋਲੇ ਆ ਗਈ ਹੈ। ਸੋ ਇਹਦੇ ਚ ਜਿਹੜੀ ਡਾਇਗਰਾਮ ਹੈ ਉਹ ਤੁਸੀਂ ਜ਼ਰੂਰ ਬਣਾਇਆ ਹੋ। ਸੋ ਮੈਂ ਉਮੀਦ ਕਰਦੀ ਹਾਂ ਰਾਜੇ ਕਿ ਆਹ ਵਾਲੀ ਜਿਹੜੀ ਤੁਹਾਨੂੰ ਇਹ ਵਾਲਾ ਜਿਹੜਾ ਸੈੱਟ ਹੈ ਪੂਰੇ ਦਾ ਪੂਰਾ ਸਮਝ ਲੱਗ ਗਿਆ ਹੋਏਗਾ। ਅਗਰ ਫਿਰ ਵੀ ਕਿਤੇ ਕੋਈ ਡਾਊਟ ਵਗੈਰਾ ਹੋਏ ਤਾਂ ਜ਼ਰੂਰ ਦੱਸਿਓ, ਔਰ ਅਗਰ ਤੁਹਾਨੂੰ ਹੋਰ ਵੀ ਪ੍ਰੈਕਟਿਸ ਟੈਸਟ ਚਾਹੀਦੇ 10th ਕਲਾਸ ਦੇ ਤਾਂ then let me know in the comment section and don't forget to subscribe the channel if you really find this video helpful. Thank you so much everyone and may God bless you.